ਸਲੋਕ ਦਇਆ ਕਰਨੰਗ ਦੁਖ ਹਰਨੰਗ ਉਚਰਨੰਗ ਨਾਮ ਕੀਰਤਨੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਦਇਆ ਕਰਨੰਗ ਦੁਖ ਹਰਨੰਗ ਉਚਰਨੰਗ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਪਾਹੀ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਤੇ ਆਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁਲ ਸਭਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁਲ ਸਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਦਇਆ ਕਰਨੰਗ ਦੁਖ ਹਰਨੰਗ ਉਚਰਨੰਗ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ। ਧੰਨ ਧੰਨ ਜੁਗ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਦੇ ਹੁਕਮਾਂ ਦੀ ਦਾਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 709 ਅਤੇ 10 ਅੰਗ ਤੇ ਸੁਭਾਈਮਾਨ ਹਨ ਜੀ। ਸ਼ਲੋਕ ਦੇ ਵਿੱਚ ਸ਼ਲੋਕ ਅਤੇ ਪੌੜੀ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਹੈ ਜੀ 18ਵੀਂ ਪੌੜੀ। ਸੋ ਜਿੰਨੇ ਵੀ ਬਾਣੀ ਦੇ ਵਿੱਚ ਸ਼ਲੋਕ ਅਤੇ ਪੌੜੀਆਂ ਆਈਆਂ ਹਨ ਸਾਧ ਸੰਗਤ ਜੀਓ, ਉਹ ਧੰਨ ਧੰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਖਾਰਬਿੰਦ ਤੋਂ ਉਚਾਰਨ ਹੋਈਆਂ ਹਨ। ਸੋ ਗੁਰਬਾਣੀ ਤੇਰੀ ਪਾਤਸ਼ਾਹ ਜੀ ਗਿਆਨ ਬਖਸ਼ਿਸ਼ ਕਰਦੇ ਹਨ। ਦਇਆ ਕਰਨੰਗ ਦੁਖ ਹਰਨੰਗ। ਦਇਆ ਕਰਨੰਗ, ਦਇਆ ਜਿਹੜਾ ਦਿਆਲ ਹੋਵੇ, ਦਿਆਲਤਾ ਹੋਵੇ ਜਿਹਦੇ ਅੰਦਰ, ਨਿਮਰਤਾ ਹੋਵੇ, ਸਾਦਗੀ ਹੋਵੇ, ਟਿਕਾਊ ਹੋਵੇ, ਠਹਿਰਾਓ ਹੋਵੇ, ਐਸਾ ਮਨ ਐਸਾ ਮਨੁੱਖ। ਸੰਸਾਰ ਤੇ ਕਈ ਭਗਤ ਹੋਏ ਨੇ ਜਿਨ੍ਹਾਂ ਨੂੰ ਪਾਤਸ਼ਾਹ ਜੀ ਨੇ ਇਹ ਦਇਆ ਦੀ ਦਾਤ ਬਖਸ਼ਿਸ਼ ਕੀਤੀ ਹੈ, ਸੰਤੋਖ ਦੀ ਦਾਤ ਬਖਸ਼ਿਸ਼ ਕੀਤੀ ਹੈ। ਤੇ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਦਇਆ ਕਰਨ ਕੌਣ ਹੈ? ਉਹ ਅਕਾਲ ਪੁਰਖ ਪਰਮਾਤਮਾ। ਇਹ ਜਿਹੜੀ ਰੀਤ ਚੱਲੀ ਏ, ਇਹ ਜਿਹੜੀ ਰਮਤਾ ਹੋਈ ਏ, ਪਰਮਾਤਮਾ ਤੋਂ ਹੋਈ ਹੈ ਜੀ। ਤੇ ਫਿਰ ਉਹਨੇ ਆਪਣੇ ਭਗਤਾਂ ਦੇ ਵਿੱਚ, ਬ੍ਰਹਮ ਗਿਆਨੀਆਂ ਦੇ ਵਿੱਚ, ਸੇਵਾਦਾਰਾਂ ਦੇ ਵਿੱਚ, ਗੁਰਮੁਖਾਂ ਦੇ ਵਿੱਚ ਇਹ ਦਾਤ ਨੂੰ ਪ੍ਰਗਟ ਕੀਤਾ। ਤੇ ਜਿਹੜੇ ਸਰੀਰ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਦਇਆ ਨਹੀਂ, ਉਹ ਭਾਵੇਂ ਲੱਖ ਸੰਸਾਰ ਦੇ ਉੱਤੇ ਦਾਨ ਪੁੰਨ ਦੇ ਕੰਮ ਦਿਖਾਵੇ ਲਈ ਕਰੀ ਜਾਵੇ, ਉਹ ਸਭ ਵਿਅਰਥ ਨੇ। ਸਭ ਤੋਂ ਪਹਿਲਾਂ ਮਨ ਦੇ ਵਿੱਚ ਦਇਆ ਹੋਣੀ ਚਾਹੀਦੀ ਹੈ, ਦਇਆ ਜ਼ਰੂਰੀ ਹੈ।
ਤੇ ਗੁਰੂ ਪਿਆਰੇ ਸਾਧ ਸੰਗਤ ਜੀਓ, ਦਇਆ ਦੇ ਨਾਲ ਧਰਮ ਹੋਣਾ ਜ਼ਰੂਰੀ ਹੈ। ਧਰਮ ਹੁਣ ਕਿਹੜਾ ਹੈ? ਧਰਮ ਗੁਰੂ ਪਿਆਰੀ ਸਾਧ ਸੰਗਤ ਜੀਓ ਕੋਈ ਜਾਤ ਬਰਾਦਰੀ ਦੇ ਵਿੱਚ ਨਹੀਂ ਹੁੰਦਾ। ਧਰਮ ਹੈ ਪ੍ਰਮਾਤਮਾ ਦਾ ਕਿਸੇ ਵੀ ਆਪਣੇ ਸਰੋਤ ਰਾਹੀਂ, ਗ੍ਰੰਥ ਰਾਹੀਂ ਉਹਦੇ ਨਾਲ ਜੁੜਨਾ, ਉਹਦਾ ਸਿਮਰਨ, ਨਾਮ, ਇਹੀ ਧਰਮ ਹੈ ਤੇ ਇਹੀ ਹੋਣਾ ਚਾਹੀਦਾ ਮਨੁੱਖ ਦਾ। ਤੇ ਜਿਹੜੇ ਧਰਮ ਦੇ ਨਾਲ ਮਨੁੱਖ ਨੂੰ ਪਰਮਾਤਮਾ ਦਾ ਭਉ ਡਰ ਪੈ ਜਾਏ, ਉਹ ਗੁਰਮੁਖ ਪਿਆਰਾ ਗੁਰੂ ਪਿਆਰੀ ਸਾਧ ਸੰਗਤ ਜੀ ਸੰਸਾਰ ਭਵਜਲ ਤੋਂ ਤਰ ਜਾਂਦਾ ਹੈ। ਤੇ ਪਰਮਾਤਮਾ ਦਾ ਭਉ ਹੋਣਾ ਵੀ ਜ਼ਰੂਰੀ ਹੈ। ਜਿਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਮਨੁੱਖ ਦੇ ਦੋ ਪੈਰ ਨੇ ਨਾ, ਦੋ ਚਰਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਤੇ ਪਰਮਾਤਮਾ ਦੇ ਦੋ ਚਰਨ ਕਿਹੜੇ ਨੇ? ਅਸੀਂ ਆਖਦੇ ਨਾ ਪਰਮਾਤਮਾ ਦੇ ਚਰਨ, ਪਰਮਾਤਮਾ ਦੇ ਜੀ ਦੋ ਚਰਨ ਨੇ, ਉਹ ਨੇ ਭਉ ਤੇ ਭਉ। ਭਉ ਹੋ ਗਿਆ ਡਰ, ਰੱਬ ਦਾ, ਗੁਰੂ ਦਾ, ਪਰਮਾਤਮਾ ਦਾ ਡਰ ਹੋਣਾ ਜ਼ਰੂਰੀ ਹੈ, ਹੋਣਾ ਚਾਹੀਦਾ। ਤੇ ਭਉ ਪਿਆਰ। ਤੇ ਅਕਾਲ ਪੁਰਖ ਇਹਨਾਂ ਦੋਨਾਂ ਤੋਂ ਪ੍ਰਭਾਵਿਤ ਹੁੰਦਾ ਹੈ। ਜਿਹੜੇ ਮਨੁੱਖ ਅੰਦਰ ਪਰਮਾਤਮਾ ਦਾ ਡਰ ਹੈ ਤੇ ਜਿਹੜੇ ਮਨ ਦੇ ਵਿੱਚ ਨਾਲ ਭਉ ਹੈ, ਪਿਆਰ ਹੈ, ਉੱਥੇ ਅਕਾਲ ਪੁਰਖ ਪਰਮਾਤਮਾ ਪ੍ਰਸੰਨ ਹੈ। ਹੁਣ ਦੁਨਿਆਵੀ ਬਾਪ ਹੁੰਦਾ ਏ, ਉਹਦਾ ਬੱਚਾ ਉਹਦੇ ਡਰ ਦੇ ਵਿੱਚ ਰਹਿੰਦਾ ਹੈ ਨਾ, ਤੇ ਬਾਪ ਨੂੰ ਵੀ ਚੰਗਾ ਲੱਗਦਾ ਹੈ, ਕਿਉਂਕਿ ਡਰ ਦੇ ਵਿੱਚ ਬੱਚਾ ਜਿਹੜਾ ਹੈ ਚੰਗੇ ਕੰਮ ਕਰੇਗਾ, ਭਉ ਚ ਰਹੇਗਾ। ਜਿਹੜੇ ਬੱਚੇ ਨੂੰ ਡਰ ਨਹੀਂ ਹੋਏਗਾ ਆਪਣੇ ਬਾਪ ਦਾ, ਆਪਣੇ ਪਰਿਵਾਰ ਦਾ, ਗੁਰੂ ਪਿਆਰੀ ਸਾਧ ਸੰਗਤ ਜੀ ਉਹ ਕਦੇ ਵੀ ਸਫਲ ਨਹੀਂ ਹੋ ਸਕਦਾ। ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਸਾਬੋ ਦੀ ਤਲਵੰਡੀ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਦਮਦਮਾ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਜੀ ਸੇਵਾਦਾਰਾਂ ਨੂੰ ਬੁਲਾਇਆ, ਕਿਉਂਕਿ ਉਸ ਵਕਤ ਪਹਿਰੇ ਦੇ ਉੱਤੇ ਗੁਰਮੁਖਾਂ ਦੀਆਂ ਡਿਊਟੀਆਂ ਲੱਗਦੀਆਂ ਸਨ। ਅੱਜ ਵੀ ਕਈ ਤਰ੍ਹਾਂ ਦੇ ਪਹਿਰੇ ਲਗਾਏ ਜਾਂਦੇ ਹਨ, ਡਿਊਟੀਆਂ ਲੱਗਦੀਆਂ ਨੇ। ਚੋਣ ਹੁੰਦੀ ਹੈ, ਭਾਈ ਫਲਾਣਾ ਸਿੰਘ ਡਿਊਟੀ ਕਰਨਗੇ, ਤੇ ਪਾਤਸ਼ਾਹ ਜੀ ਨੇ ਸਾਰੇ ਗੁਰਸਿੱਖਾਂ ਨੂੰ ਬੁਲਾ ਕੇ ਆਖਿਆ ਡਿਊਟੀ ਲੈ ਸਕਦੇ। ਉਹਨਾਂ ਦੇ ਵਿੱਚ ਨਾਮ ਲੈ ਕੇ ਫਲਾਣਾ ਸਿੰਘ, ਕੁਝ ਕੁ ਗੁਰਸਿੱਖ ਪਿਆਰੇ ਖੜੇ ਕਰ ਲਏ 10-12। ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਆਖਿਆ ਕਿ ਭਾਈ ਅੱਜ ਰਾਤ ਚੁਕੰਨੇ ਹੋ ਕੇ ਡਿਊਟੀ ਕਰਨੀ ਹੈ, ਵੇਖਿਓ ਕਿਤੇ ਅੱਖ ਨਾ ਲੱਗ ਜਾਏ। ਤੇ ਗੁਰਮੁਖਾਂ ਪਿਆਰਿਆਂ ਨੇ ਆਖਿਆ, ਸੇਵਾਦਾਰਾਂ ਨੇ, ਪਾਤਸ਼ਾਹ ਜੀ 7 ਬਚਨ ਜਿਸ ਤਰ੍ਹਾਂ ਆਪ ਜੀ ਆਖਦੇ ਹੋ ਇਸੇ ਤਰ੍ਹਾਂ ਡਿਊਟੀ ਹੋਏਗੀ। ਤੇ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਰਾਤ ਹੋਈ ਨਾ, ਤੇ ਹੁਣ ਨਗਰ ਦੇ ਵਿੱਚ ਥੋੜੀ ਜਿਹੀ ਦੂਰ ਕ੍ਰਿਸ਼ਨ ਜੀ ਦੀ ਰਾਸ ਲੀਲਾ ਦੇ ਕੁਝ ਲੋਕ ਇਕੱਤਰ ਹੋ ਕੇ, ਅੱਜ ਵੀ ਹੁੰਦੀ ਹੈ ਰਾਸ ਲੀਲਾ, ਰਾਮ ਲੀਲਾ ਹੁੰਦੀ ਹੈ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਬੜੇ ਸਮੇਂ ਤੋਂ, ਸਦੀਆਂ ਤੋਂ ਚੱਲਦੀ ਹੈ ਆਪਣੇ ਧਰਮ ਅਨੁਸਾਰ। ਤੇ ਗੁਰੂ ਪਿਆਰੇ ਸਾਧ ਸੰਗਤ ਜੀ ਹੁਣ ਉਹ ਨਾਟਕ ਬੰਦੀ ਹੋਣੀ ਸੀ, ਤੇ ਜਿਹੜੇ ਸੇਵਕ ਸੀਗੇ ਕੁਝ ਕੁ ਨੌਜਵਾਨ, ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਚਲੋ ਰਾਸ ਲੀਲਾ ਜਾ ਕੇ ਅਸੀਂ ਵੀ ਨਾਟਕ ਵੇਖ ਆਨੇ ਆ, ਮਨ ਪਰਚਾਵਾ ਹੋ ਜਾਏਗਾ। ਹੁਣ ਸਲਾਹ ਮਸ਼ਵਰਾ ਹੋਇਆ ਕਿ ਭਾਈ ਡਿਊਟੀ ਦੇਣੀ ਹੈ, ਚਲੋ ਏਦਾਂ ਕਰੋ 12 ਜਣਿਆਂ ਦੇ ਵਿੱਚੋਂ ਕੁਝ ਕੁ ਜਣੇ 4-5 ਜਣੇ ਜਾਓ ਤੁਸੀਂ, ਬਾਕੀ ਪਿੱਛੇ ਪਹਿਰਾ ਦੇਣਗੇ। ਤੇ ਇਸੇ ਤਰ੍ਹਾਂ ਹੋਈ ਗੁਰੂ ਪਿਆਰੇ ਸਾਧ ਸੰਗਤ ਜੀ। ਹੁਣ ਜਿਹੜੇ ਤੇ ਉੱਥੇ ਨਾਟਕ ਦੇਖਣ ਬੈਠ ਗਏ, ਹੁਣ ਉਹਨਾਂ ਦੇ ਮਨ ਦੇ ਵਿੱਚ ਡਰ ਸੀਗਾ, ਭਉ ਸੀਗਾ ਪਾਤਸ਼ਾਹ ਜੀ ਦਾ ਕਿ ਆ ਤੇ ਗਏ ਆ, ਪਤਾ ਨਹੀਂ ਹੁਣ ਸਵੇਰੇ ਕੀ ਬਣੇਗਾ। ਪਾਤਸ਼ਾਹ ਜੀ ਨੂੰ ਪਤਾ ਲੱਗ ਗਿਆ ਨਾ, ਤੇ ਪਾਤਸ਼ਾਹ ਜੀ ਨੇ ਬੜਾ ਝਿੜਕਣਾ ਹੈ, ਬੜਾ ਗੁੱਸਾ ਕਰਨਾ ਹੈ। ਤੇ ਗੁਰੂ ਪਿਆਰੇ ਸਾਧ ਸੰਗਤ ਜੀ ਹੁਣ ਨਾਲ ਧਿਆਨ ਤੇ ਕੋਈ ਵੀ ਨਾ ਉਧਰ ਨਾਟਕ ਦੇ ਵੱਲ। ਹੁਣ ਜਿਹੜੇ ਇੱਧਰ ਖੜੇ ਸਨ ਪਾਤਸ਼ਾਹ ਜੀ ਦੇ ਕਨਾਤਾਂ ਦੇ ਮੂਹਰੇ, ਤੰਬੂਆਂ ਦੇ ਮੂਹਰੇ ਖੜੇ ਸਨ, ਲੱਗੇ ਸਨ ਨਾ ਸੇਵਾਦਾਰ ਪਹਿਰੇ ਤੇ, ਉਹਨਾਂ ਦੇ ਮਨ 'ਚ ਚੱਲ ਰਿਹਾ ਸੀ ਕਿ ਜਿਹੜੇ ਵੇਖਣ ਗਏ ਨੇ ਨਾ ਨਾਟਕ, ਉਹ ਤੇ ਆਨੰਦ 'ਚ ਨੇ, ਬੜਾ ਆਨੰਦ ਹੋਣਾ ਉੱਥੇ, ਰੌਣਕ ਮੇਲਾ ਲੱਗਾ ਹੋਣਾ, ਵੇਖਦੇ ਹੋਣਗੇ ਗੁਰੂ ਪਿਆਰੇ।
ਤੇ ਅਸੀਂ ਰਹਿ ਗਏ, ਅਸੀਂ ਨਹੀਂ ਜਾ ਸਕੇ। ਹੁਣ ਉਹਨਾਂ ਦਾ ਮਨ ਜਿਹੜਾ ਸੀਗਾ ਸਾਰਾ ਉਸ ਤਰਫ, ਤਨ ਤੇ ਪਾਤਸ਼ਾਹ ਜੀ ਦੇ ਉੱਥੇ ਸਥਾਨਾਂ ਤੇ, ਪਰ ਜਿਹੜਾ ਮਨ ਸੀਗਾ, ਮਨ ਸਾਰਾ ਉਸ ਤਰਫ, ਜਿਸ ਤਰਫ ਉਹ ਗੁਰੂ ਪਿਆਰੇ ਗਏ ਹੋਏ ਸਨ ਉਹਨਾਂ ਦੇ ਵਿੱਚ। ਤੇ ਜਿਹੜੇ ਉੱਥੇ ਬੈਠੇ ਸਨ ਉਹਨਾਂ ਦਾ ਜਿਹੜਾ ਮਨ ਸੀਗਾ ਉਹ ਮਨ ਪਾਤਸ਼ਾਹ ਜੀ ਦੇ ਵਿੱਚ, ਉਹਨਾਂ ਦੇ ਚਰਨਾਂ ਦੇ ਵਿੱਚ ਜੁੜਿਆ ਸੀ ਕਿ ਪਤਾ ਨਹੀਂ ਪਾਤਸ਼ਾਹ ਜੀ ਕੀ ਕਹਿਣਗੇ। ਡਰ ਭੋ ਦੇ ਵਿੱਚ ਵਿਚਾਰਿਆਂ ਨੇ ਵੇਖ ਕੇ ਆ ਗਏ। ਰਾਤ ਬੀਤੀ, ਦਿਨ ਚੜਿਆ, ਪਾਤਸ਼ਾਹ ਜੀ ਦੇ ਦੀਵਾਨ ਲੱਗੇ ਤੇ ਪਾਤਸ਼ਾਹ ਜੀ ਨੇ ਖੜੇ ਕਰਕੇ ਪੁੱਛਿਆ ਕਿ ਭਾਈ ਫਿਰ ਰਾਤੀ ਪਹਿਰਾ ਵਧੀਆ ਰਿਹਾ ਨਾ? ਗੱਜ ਵੱਜ ਕੇ ਆਖਿਆ ਕਿ ਪਾਤਸ਼ਾਹ ਜੀ ਬਹੁਤ ਵਧੀਆ, ਕੋਈ ਗੱਲਬਾਤ ਨਹੀਂ ਹੋਈ, ਤੁਸੀਂ ਆਖਿਆ ਸੀ ਕਿ ਚੁਕੰਨੇ ਰਹੋ, ਸਭ ਠੀਕ ਠਾਕ ਰਿਹਾ। ਪਾਤਸ਼ਾਹ ਜੀ ਆਖਦੇ ਕਹਿੰਦੇ ਚਲੋ ਬਹੁਤ ਸੋਹਣੀ ਗੱਲ ਹੈ, ਪਰ ਇੱਕ ਗੱਲ ਏ, ਜਿਹੜੇ ਗੈਰ ਹਾਜ਼ਰ ਸਨ ਉਹ ਹਾਜ਼ਰ ਸਨ, ਜਿਹੜੇ ਹਾਜ਼ਰ ਸਨ ਉਹ ਗੈਰ ਹਾਜ਼ਰ ਸਨ। ਹੁਣ ਗੁਰੂ ਪਿਆਰੇ ਸਾਧ ਸੰਗਤ ਜੀਓ, ਉਹਨਾਂ ਦੇ ਸਮਝ ਤੇ ਨਾ ਆਈ। ਕੋਲ ਭਾਈ ਦਇਆ ਸਿੰਘ ਜੀ ਖੜੇ ਸਨ, ਸਿਆਣੇ। ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਜੀ ਇਸ ਬਚਨਾਂ ਦਾ ਅਰਥ ਸਮਝਾਇਓ ਸਾਨੂੰ। ਤੇ ਪਾਤਸ਼ਾਹ ਜੀ ਆਖਣ ਲੱਗੇ, ਭਾਈ ਸਾਨੂੰ ਸਾਰੀ ਗੱਲ ਦਾ ਪਤਾ ਹੈ ਕਿ ਰਾਤ ਜਿਹੜੇ ਗੁਰਸਿੱਖ ਸਨ ਕੁਝ ਵਿੱਚੋਂ ਉਹ ਨਾਟਕ ਦੇਖਣ ਗਏ ਸਨ, ਤੇ ਉਹ ਜਿਹੜੇ ਗੈਰ ਹਾਜ਼ਰ ਸਨ ਅਸੀਂ ਉਹਨਾਂ ਤੇ ਗੁੱਸਾ ਨਹੀਂ ਕਰਾਂਗੇ। ਗੁਰੂ ਪਿਆਰੀ ਸਾਧ ਸੰਗਤ ਬਾਣੀ ਦੇ ਵਿੱਚ ਪੜ੍ਹਦੇ ਆ ਨਾ, ਸਤਿਗੁਰ ਜਾਗਤਾ ਹੈ ਦੇਵ, ਭਾਵ ਕਿ ਅਕਾਲ ਪੁਰਖ ਸਦਾ ਜਾਗਦਾ ਏ, ਚੁਕੰਨਾ ਏ ਪਾਤਸ਼ਾਹ। ਇਹ ਨਾ ਕਦੇ ਅਸੀਂ ਆਖ ਦਈਏ ਕਿ ਪ੍ਰਮਾਤਮਾ ਪਾਤਸ਼ਾਹ ਸੁੱਤਾ ਏ। ਸਤਿਗੁਰ ਜਾਗਤਾ ਹੈ ਦੇਵ, ਪ੍ਰਮਾਤਮਾ ਸਦਾ ਜਾਗਦਾ, ਸਦਾ ਵੇਖਦਾ ਸਾਨੂੰ, ਅਸੀਂ ਉਹਦੀ ਨਿਗਾਹ ਦੇ ਵਿੱਚ ਹੀ ਹਾਂ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਆਖਿਆ ਕਿ ਭਾਈ ਤੁਸੀਂ ਤੇ ਭਉ ਦੇ ਵਿੱਚ, ਡਰ ਦੇ ਵਿੱਚ ਸੀਗੇ, ਤੁਹਾਡਾ ਸਾਰਾ ਧਿਆਨ ਇੱਧਰ ਸੀਗਾ, ਸਾਡੇ ਵੱਲ ਸੀਗਾ, ਤੁਸੀਂ ਹਾਜ਼ਰ ਹੋ। ਪਰ ਜਿਹੜੇ ਤੁਸੀਂ ਭਾਈ ਕਾਰ ਖੜੇ ਸੀ, ਕਨਾਤਾਂ ਦੇ ਤੰਬੂਆਂ ਦੇ ਬਾਹਰ ਖੜੇ ਸੀ, ਤੁਸੀਂ ਗੈਰ ਹਾਜ਼ਰ ਸੋ, ਗੈਰ ਹਾਜ਼ਰ ਸੋ, ਕਿਉਂਕਿ ਤੁਹਾਡਾ ਜਿਹੜਾ ਮਨ ਹੈ ਉਹ ਸਾਰਾ ਉੱਥੇ ਸੀ, ਉੱਥੇ ਪਹੁੰਚਿਆ ਹੋਇਆ ਸੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਨਾ ਹੋਵੇ ਕਿ ਜਿਹੜਾ ਮਨ ਹੈ ਉਹ ਸਾਡਾ ਗੁਰੂ ਘਰ ਦੇ ਵਿੱਚ ਤੇ ਹੋਵੇ, ਤਨ ਜਿਹੜਾ ਸਾਡਾ ਗੁਰੂ ਘਰ ਦੇ ਵਿੱਚ ਤੇ ਬੈਠਾ ਹੋਵੇ, ਮਨ ਜਿਹੜਾ ਸਾਡਾ ਕਿਤੇ ਹੋਰ ਹੋਵੇ। ਤੇ ਜਿਹੜਾ ਇਹ ਨਹੀਂ ਕਿ ਗੁਰੂ ਘਰੇ ਨਹੀਂ ਬੈਠਾ, ਕਿਤੇ ਦੁਕਾਨ ਤੇ ਬੈਠਾ, ਕਿਤੇ ਕਾਰੋਬਾਰ ਕਰਦਾ, ਰਾਹ 'ਚ ਤੁਰਿਆ ਜਾਂਦਾ, ਉਹਦਾ ਮਨ ਪਾਤਸ਼ਾਹ ਵੱਲ, ਗੁਰੂ ਘਰ ਵੱਲ ਹੋਵੇ, ਤੇ ਤਨ ਭਾਵੇਂ ਜਿੱਥੇ ਮਰਜ਼ੀ ਤੁਰਿਆ ਫਿਰੇ। ਮਨ ਨੂੰ ਟਿਕਾਉਣਾ ਤੇ ਮਨ ਨੂੰ ਸਮਝਾਉਣਾ ਬਹੁਤ ਵੱਡੀ ਉਲਝਣ ਹੈ, ਜਿਹਨੂੰ ਸਮਝ ਕੇ ਵਿਚਾਰ ਬਾਣੀ ਸਦਕਾ ਹੀ ਅਸੀਂ ਟਿਕਾ ਸਕਦੇ ਹਾਂ। ਦਇਆ ਕਰਨੰਗ ਦੁੱਖ ਹਰਨੰਗ, ਤੇ ਅਕਾਲ ਪੁਰਖ ਉਹ ਪਰਮਾਤਮਾ ਹੀ ਜਿਹੜਾ ਦਇਆ ਕਰਕੇ ਦੁੱਖ ਨੂੰ ਹਰਦਾ ਹੈ। ਦੁੱਖ ਨੂੰ ਹਰਨ ਵਾਲਾ, ਹਰਨੰਗ ਦਾ ਭਾਵ, ਹਰਨੰਗ ਭਾਵ ਕਿ ਹਿਰ ਲੈਣਾ ਜਾਂ ਚੋਰੀ ਕਰ ਲੈਣਾ। ਹੁਣ ਰਾਵਣ ਨੇ ਵੀ ਹਰਨ ਕੀਤਾ ਸੀ ਸੀਤਾ ਦਾ, ਹਰਨ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ। ਤੇ ਗੁਰੂ ਪਿਆਰੇ ਸਾਧ ਸੰਗਤ ਜੀ ਆਪਣੇ ਸੇਵਕ ਤੇ ਅਕਾਲ ਪੁਰਖ ਪਰਮਾਤਮਾ ਦੁੱਖ ਇਸ ਤਰ੍ਹਾਂ ਹਰ ਲੈਂਦਾ ਕਿ ਪਤਾ ਵੀ ਨਹੀਂ ਲੱਗਦਾ ਮਨੁੱਖ ਨੂੰ, ਇੰਨੀ ਸਮਰੱਥ ਹੈ ਪਰਮਾਤਮਾ ਜੀ। ਦਇਆ ਕਰਨੰਗ ਦੁੱਖ ਹਰਨੰਗ ਉਚਰਨੰਗ ਭਾਈ, ਫਿਰ ਉਚਾਰਨ ਕੀਰਤਨ ਦੀਵਾਨ ਕਿਤੇ ਹੋਣੇ ਚਾਹੀਦੇ ਨੇ ਉਹ ਪਰਮਾਤਮਾ ਦੇ, ਉਹਦੀ ਬਖਸ਼ਿਸ਼ ਦੇ। ਦਿਆਲ ਪੁਰਖ ਭਗਵਾਨੈ, ਦਿਆਲ ਦਇਆਵਾਨ, ਦਿਆਲਤਾ ਪੁਰਖ ਭਗਵਾਨ ਹੈ, ਉਹ ਅਕਾਲ ਪੁਰਖ ਦੇ ਵਿੱਚ ਹੈ ਜੀ। ਨਾਨਕ ਲਿਪਤ ਨਾ ਮਾਇਆ, ਤੇ ਫਿਰ ਜਿਹੜੇ ਮਨੁੱਖ ਦੇ ਅੰਦਰ ਪਰਮਾਤਮਾ ਦਾ ਭਰੋਸਾ ਯਕੀਨ ਟਿਕਾਊ ਹੈ, ਨਾਨਕ ਲਿਪਤ ਨਾ ਮਾਇਆ, ਉਹਨਾਂ ਦਾ ਮਾਇਆ ਆਪਣੇ ਪ੍ਰਭਾਵ ਦੇ ਲਈ ਕੁਝ ਨਹੀਂ ਵਿਗਾੜ ਸਕਦੀ। ਭਾਹੀ ਬਲੰਦੜੀ ਬੁਝ ਗਈ ਰਖੰਡੜੋ, ਪ੍ਰਭ ਆਪ ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਭਾਹੀ ਬਲੰਦੜੀ ਇਹ ਸੰਸਾਰ ਦੇ ਵਾਸ਼ਨਾ ਦੀ, ਇਹ ਸੰਸਾਰ ਦੇ ਵਿਕਾਰਾਂ ਦੀ, ਤ੍ਰਿਸ਼ਨਾ ਦੀ ਜਿਹੜੀ ਅੱਗ ਹੈ, ਉਹਨੂੰ ਪਾਤਸ਼ਾਹ ਜੀ ਕੀ ਆਖਦੇ ਨੇ, ਭਾਹੀ ਬਲੰਦੜੀ।
ਹੁਣ ਅਗਲੀ ਪੰਕਤੀ ਦੇ ਨਾਲ ਆਖਦੇ ਨੇ ਬੁੱਝ ਗਈ, ਬੁੱਝ ਜਾਂਦੀ ਹੈ, ਸ਼ਾਂਤ ਹੋ ਜਾਂਦੀ ਹੈ। ਪਰ ਕਦੋਂ? ਰਖੰਡੜੋ ਪ੍ਰਭ ਆਪ, ਜਦੋਂ ਪ੍ਰਮਾਤਮਾ ਰੱਖਿਆ ਕਰੇ। ਜਿਨ ਉਪਾਈ ਮੇਦਨੀ, ਮੇਦਨੀ ਭਾਵ ਧਰਤੀ, ਇਹ ਧਰਤੀ ਦੀ ਉਪਜ ਗੁਰੂ ਪਿਆਰੇ ਸਾਹਿਬ ਨੇ ਕੀਤੀ ਹੈ ਅਕਾਲ ਪੁਰਖ ਪਾਤਸ਼ਾਹ ਜੀ ਨੇ। ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਜੀ ਦੇ ਮੁਖਾਰ ਬਿੰਦਰੀ ਆਖਦੇ ਹਨ, ਨਾਨਕ ਸੋ ਪ੍ਰਭ ਜਾਪ, ਸੋ ਪ੍ਰਭੂ ਸੋ ਅਕਾਲ ਪੁਰਖ ਦਾ ਜਾਪ ਕਰ। ਪੌੜੀ ਜਾਂ ਪ੍ਰਭ ਭਏ ਦਿਆਲ, ਨਾ ਵਿਆਪੈ ਮਾਇਆ। ਜੇ ਪ੍ਰਮਾਤਮਾ ਦਿਆਲਤਾ ਚ ਆ ਜੇ, ਤੇਰੀਆਂ ਝੋਲੀਆਂ ਕਿਸ ਤਰ੍ਹਾਂ ਭਰਦਾ ਭਾਈ? ਸਭ ਤੋਂ ਵੱਡੀ ਗੱਲ, ਨਾ ਵਿਆਪੈ ਮਾਇਆ, ਮਾਇਆ ਦਾ ਅਸਰ ਨਹੀਂ ਹੋਣ ਦੇਗਾ ਤੇਰੇ ਉੱਤੇ। ਤੇ ਗੁਰੂ ਪਿਆਰੇ ਸਾਹਿਬ ਨੇ ਸਭ ਤੋਂ ਵੱਡਾ ਸੰਸਾਰ ਤੇ ਮਾਇਆ ਦਾ ਪ੍ਰਭਾਵ ਹੈ। ਜਿਹੜੀਆਂ ਅਸੀਂ ਲੋੜਾਂ ਪੂਰੀਆਂ ਕਰਦੇ ਹਾਂ ਆਪਣੇ ਪਰਿਵਾਰ ਦੀਆਂ, ਬੱਚਿਆਂ ਦੀਆਂ, ਆਪਣੀਆਂ, ਉਹ ਜ਼ਰੂਰਤਾਂ ਨੇ, ਉਹ ਜ਼ਰੂਰੀ ਨੇ। ਪਰ ਗੁਰੂ ਪਿਆਰੇ ਸਾਹਿਬ ਦੇ ਪ੍ਰਭਾਵ ਕਿੱਥੇ ਪੈਂਦਾ ਮਾਇਆ ਦਾ? ਜਦੋਂ ਕਿਸੇ ਵੱਲ ਵੇਖ ਕੇ ਸਾਡਾ ਮਨ ਵਿੱਚ ਹੁੰਦਾ, ਕਿਸੇ ਰਿਸ਼ਤੇਦਾਰ, ਕਿਸੇ ਗੁਆਂਢੀ ਵੱਲ ਵੇਖ ਕੇ ਕਿ ਮੇਰੇ ਤੇ ਬਰਾਬਰ ਸੀ, ਮੇਰੇ ਨਾਲ ਉੱਚਾ ਹੋ ਗਿਆ। ਉੱਚਾ ਅਸੀਂ ਕਿਹਨੂੰ ਆਖ ਦਿੰਦੇ ਹਾਂ? ਜਿਹਦੇ ਕੋਲ 4 ਪੈਸੇ ਵੱਧ ਆ ਗਏ, ਬਸ ਇਹ ਉੱਚਾ ਹੋ ਗਿਆ। ਇਹ ਨਹੀਂ ਮਨ 'ਚ ਕਦੇ ਚੱਲਿਆ ਕਿ ਭਾਈ ਉਹ ਗੁਰਦੁਆਰੇ ਜਾਂਦਾ ਹੈ, ਇਹ ਇੰਨਾ ਸਿਮਰਨ ਕਰਦਾ ਹੈ, ਇਹ 15 ਮਿੰਟ ਲਾ ਕੇ ਹੁੰਦਾ, ਮੈਂ 20 ਮਿੰਟ ਲਾ ਕੇ ਹੋਣੇ ਨੇ। ਜੇ ਮਨ ਦੇ ਵਿੱਚ ਈਰਖਾ ਰੱਖਣੀ ਹੈ ਨਾ, ਇਸ ਤਰ੍ਹਾਂ ਵੀ ਰੱਖੀਏ। ਭਾਹੇ ਬਲੰਦੜੀ ਬੁੱਝ ਗਈ, ਰਖੰਦਰੋਂ ਪ੍ਰਭ ਆਪ। ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਪੌੜੀ ਜਾਂ ਪ੍ਰਭ ਭਏ ਦਿਆਲ। ਗੁਰੂ ਪਿਆਰੇ ਸਾਹਿਬ ਨੇ ਦਇਆ ਦੇ ਵਿੱਚ ਪਰਮਾਤਮਾ ਆ ਜਾਏ। ਨਾ ਵਿਆਪੈ ਮਾਇਆ, ਕੋਟ ਅਗਾ ਗਈ ਨਾਸ। ਕਰੋੜਾਂ ਕੋਟ, ਕਰੋੜਾਂ ਪਾਪ, ਕਰੋੜਾਂ ਕਿਲ ਵਿਖ ਗਏ ਨਾਸ। ਨਸ਼ਟ ਖਤਮ ਹਰ ਇੱਕ ਤੇ ਆਇਆ। ਕਦੋਂ? ਜਦੋਂ ਇੱਕੋ ਨੂੰ ਸਿਮਰਾਂਗੇ, ਇੱਕੋ ਤੇ ਲਿਵ ਲਾ ਕੇ ਰੱਖਾਂਗੇ, ਇੱਕ ਤੇ ਭਰੋਸਾ ਰੱਖਾਂਗੇ। ਨਿਰਮਲ ਭਏ ਸਰੀਰ, ਜਨ ਧੂਰੀ ਨਾਇਆ। ਸੰਸਾਰ ਦੇ ਵਿੱਚ ਦੁਨਿਆਵੀ ਮਿੱਤਰ ਹੋਵੇ ਨਾ, ਜਾਂ ਦੁਨਿਆਵੀ ਗੁਰੂ ਹੋਵੇ, ਉਹਦਾ ਚੇਲਾ ਜਿਹੜਾ ਹੈ ਉਹਦੇ ਤੇ ਗੁਰੂ ਤੇ ਯਕੀਨ ਕਰੇ ਤੇ ਗੁਰੂ ਕਦੇ ਵੀ ਆਪਣੇ ਚੇਲੇ ਦਾ ਭਰੋਸਾ ਨਹੀਂ ਤੋੜਦਾ। ਮਿੱਤਰ ਕਦੇ ਆਪਣੇ ਮਿੱਤਰ ਦਾ ਭਰੋਸਾ ਨਹੀਂ ਤੋੜਦਾ। ਉਹਨੂੰ ਪਤਾ ਕਿ ਮੇਰੇ ਉੱਤੇ ਬੜਾ ਭਰੋਸਾ ਕਰਦਾ ਹੈ। ਸੱਚਾ ਮਿੱਤਰ ਕਦੇ ਭਰੋਸਾ ਨਹੀਂ ਤੋੜਦਾ। ਸੱਚਾ ਗੁਰੂ ਕਦੇ ਆਪਣੇ ਚੇਲੇ ਦਾ ਯਕੀਨ ਨਹੀਂ ਤੋੜਦਾ। ਹਰ ਇੱਕ ਧਿਆਇਆ, ਨਿਰਮਲ ਭਏ ਸਰੀਰ, ਜਨ ਧੂਰੀ ਨਾਇਆ। ਪਾਤਸ਼ਾਹ ਜੀ ਆਖਦੇ ਹਨ ਸਰੀਰ ਜਿਹੜਾ ਹੈ ਉਹ ਨਿਰਮਲ ਹੋ ਜਾਂਦਾ ਹੈ, ਦਇਆ ਆ ਜਾਂਦੀ ਹੈ ਸਰੀਰ ਦੇ ਵਿੱਚ, ਸੰਤੋਖ ਆ ਜਾਂਦਾ ਹੈ। ਹੁਣ ਸੰਤੋਖ ਗੁਰੂ ਪਿਆਰੇ ਸਾਧ ਸੰਗਤ ਜੀਓ, ਜਿੱਥੇ ਸੰਤੋਖ ਨਹੀਂ ਹੋਇਆ ਨਾ, ਯਾਦ ਰੱਖਿਓ ਉੱਥੇ ਭਗਤੀ ਸਿਮਰਨ ਕਦੇ ਨਹੀਂ ਮਨੁੱਖ ਕਰ ਸਕਦਾ। ਸੰਤੋਖ ਹੋਏਗਾ ਤੇ ਫਿਰ ਹੀ ਸਿਮਰਨ ਹੋ ਸਕਦਾ ਹੈ। ਗੁਰੂ ਘਰ ਦੇ ਵਿੱਚ ਆਉਂਦੇ ਆ, ਦਿਨ ਦਿਹਾੜੇ ਤੇ ਕਿਸੇ ਪਰਿਵਾਰ ਦੇ ਪ੍ਰੋਗਰਾਮ ਤੇ, ਖੁਸ਼ੀ ਖੇੜੇ ਤੇ ਆਉਂਦੇ ਆ ਨਾ, ਕਈ ਵਾਰੀ ਕਈ ਪਿਆਰਿਆਂ ਦੇ ਮਨ 'ਚ ਇਹ ਚੱਲਦਾ ਰਹਿੰਦਾ ਕਿ ਕਿਤੇ ਇਹ ਨਾ ਹੋਵੇ ਮੈਂ ਸਿਮਰਨ ਕਰਦਾ ਰਹਿ ਜਾਂ ਤੇ ਉੱਧਰ ਲੰਗਰ ਨਾ ਚੱਲ ਜੇ, ਮੇਰੀ ਫੇਵਰਟ ਡਿਸ਼ ਹੈ ਜਿਹੜੀ ਉਹ ਨਾ ਸਮਾਪਤ ਹੋ ਜੇ ਕਿਤੇ। ਮਨ ਦੇ ਵਿੱਚ ਇਹੀ ਉਹਦੇ ਚੱਲੀ ਜਾਂਦਾ ਹੈ। ਇਸ ਤਰ੍ਹਾਂ ਵੀ ਸੰਤੋਖ ਹੋਣਾ ਚਾਹੀਦਾ ਹੈ। ਇਹ ਤੇ ਹੈ ਕਿ ਸੰਸਾਰ ਦੀਆਂ ਲੋੜਾਂ ਦਾ ਸੰਤੋਖ, ਨਿੱਕੇ ਨਿੱਕੇ ਸੰਤੋਖ ਨਹੀਂ ਹੋਣੇ ਚਾਹੀਦੇ ਨੇ। ਕਿਉਂਕਿ ਸਿਮਰਨ ਦੇ ਵਿੱਚ ਜਿਹੜਾ ਵਿਘਨ ਨੇ ਉਹ ਜਿਹੜੇ ਮਨ 'ਚ ਸੰਤੋਖ ਨਹੀਂ, ਉੱਥੇ ਹੀ ਵਿਘਨ ਪੈਂਦਾ ਹੈ। ਸੰਤੋਖ ਵਾਲਾ ਸਿਮਰਨ ਵੀ ਬੜਾ ਟਿਕਾਊ 'ਚ ਕਰਦਾ ਹੈ। ਨਿਰਮਲ ਭਏ ਸਰੀਰ, ਸਰੀਰ ਨਿਰਮਲ ਹੋ ਜਾਂਦਾ ਏ। ਜਨ ਧੂਰੀ ਨਾਇਆ। ਉਹ ਗੁਰਮੁਖ ਪਿਆਰਿਆਂ ਦੀ ਧੂਰੀ ਮੱਥੇ ਨੂੰ ਲਾਉਣ ਦੇ ਨਾਲ ਜਿਹੜੇ ਬੰਦਗੀ 'ਚ ਰਹਿੰਦੇ ਨੇ, ਨਾਮ 'ਚ ਰਹਿੰਦੇ ਨੇ, ਉਹਦੇ ਮਨ ਤਨ ਭਏ ਸੰਤੋਖ। ਪਾਤਸ਼ਾਹ ਜੀ ਆਖਦੇ ਹਨ ਫਿਰ ਮਨ ਤੇ ਤਨ ਦੇ ਵਿੱਚ ਸੰਤੋਖ ਦੀ ਉਪਜ ਹੋ ਜਾਂਦੀ ਹੈ। ਜਦੋਂ ਸੰਗਤਾਂ ਦੇ ਵਿੱਚ ਬੈਠੇਗਾ ਤੈਨੂੰ ਸੰਤੋਖ ਆ ਜਾਏਗਾ। ਪੂਰਨ ਪ੍ਰਭ ਪਾਇਆ, ਤਰੀ ਕੁਟੰਬ ਸੰਗ ਲੋਗ। ਵੇਖੋ ਕਿਤਨੀ ਵੱਡੀ ਗੱਲ ਆਖੀ। ਪਾਤਸ਼ਾਹ ਜੀ ਆਖਦੇ ਨੇ ਤਰੀ ਕੁਟੰਬ, ਕੁਟੰਬ ਭਾਵ ਪ੍ਰਭਾਵ। ਭਾਈ ਤੂੰ ਆਪ ਤੇ ਤਰ ਜਾਏਗਾ, ਆਪਣੇ ਪਰਿਵਾਰ ਨੂੰ ਵੀ ਤਾਰ ਲਏਗਾ। ਸੰਗ ਤੇਰਾ ਪਰਿਵਾਰ ਅਤੇ ਉਹਨਾਂ ਦੇ ਨਾਲ ਲੋਕ, ਕੁੱਲ ਸਭਾਇਆ। ਕੁੱਲਾਂ ਤੱਕ
ਆਨ ਗਵਾਨ ਤੱਕ ਤਾਰ ਸਕਦਾ ਹੈ ਮਨੁੱਖ। ਪਰ ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਮਨੁੱਖ ਹੋ ਜਾਏ, ਫਿਰ ਪਰਿਵਾਰ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਤੱਕ ਤਾਰ ਲੈਂਦਾ ਹੈ। ਇੰਨੀ ਬੰਦਗੀ ਦੇ ਵਿੱਚ, ਸਿਮਰਨ ਦੇ ਵਿੱਚ ਸ਼ਕਤੀ, ਤਾਕਤ ਹੈ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਬਾਣੀ ਸੰਤੋਂ ਦੀਆਂ ਵਿਚਾਰਾਂ ਕਰਦੇ ਹਾਂ। ਆਪ ਦੇ ਸੇਵਾਦਾਰਾਂ ਪਾਸੋਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਭੁਲਾਵਾਂ ਹੋਈਆਂ ਹੋਣਗੀਆਂ ਜੀ। ਗੁਰੂ ਰੂਪ ਗੁਰੂ ਪਿਆਰੀ ਸੰਗਤ ਬਖਸ਼ਣਹਾਰ ਹੈ ਜੀ। ਆਓ ਫਤਿਹ ਦੀ ਸਾਂਝ ਪਾਈਏ, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।